तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਿਨਾਮ ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ एहि जो हमारी विद होती मेरे सतगुरा। सा बिद तुम हर जानो आपे। हम रुलते फिरते कोई बात ना पूछता। गुर सतगुर संग कीरे हम थापे। धन धन गुरु नानक जिन केरा। जित मिलिया चूके सब सोग संतापे। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर श्री गुरु तेग बहादुर महाराज जी ਦੇ ਆਗਮਨ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਦੇਸ਼ ਅਤੇ ਵਿਦੇਸ਼ ਦੇ ਅੰਦਰ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਲਗਾਤਾਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਪ੍ਰਸੰਗ ਨੂੰ ਸਰਵਣ ਕਰ ਰਹੇ ਹੋ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਸਭ ਤੋਂ ਪਹਿਲੋਂ ਆਓ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਗਵਾਉਣਾ ਕਰੀਏ। ਮਨ ਬਿਰਤੀਆਂ ਇਕਾਗਰ ਕਰੋ। ਅਦਬ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮਾਲਵੇ ਦੇ ਦੌਰੇ 'ਤੇ ਜਿਸ ਸਮੇਂ ਗਏ, ਸਤਿਗੁਰੂ ਮਹਾਰਾਜ ਜੀ ਨੇ ਉਸ ਵੇਲੇ ਤਲਵੰਡੀ ਸਾਬੋ ਕੇ ਅਸਥਾਨ ਦੇ ਉੱਪਰ
ਅਨੇਕਾਂ ਜੀਵਾਂ ਨੂੰ ਜੀ ਦਾਨ ਦੇਣਾ ਕੀਤਾ, ਗੁਰਬਾਣੀ ਦਾ ਉਪਦੇਸ਼ ਦ੍ਰਿੜ ਕਰਾਇਆ, ਗੁਰਮਤਿ ਦੇ ਮਾਰਗ ਤੇ ਤੋਰਿਆ। ਭਾਈ ਜਗਤਾ ਦੇ ਗ੍ਰਹਿ ਵਿਖੇ ਸਤਿਗੁਰ ਮਹਾਰਾਜ ਟਿਕੇ। ਉੱਥੇ ਘੋੜਾ ਚੋਰੀ ਕਰਨ ਦਾ ਧਾੜਵੀਆਂ ਨੇ ਯਤਨ ਕੀਤਾ, ਪਰ ਮਨ ਨੂੰ ਜਿਹੜਾ ਸੀ ਉਹ ਸ਼ਾਂਤੀ, ਉਹ ਤ੍ਰਿਪਤੀ ਨਾ ਆਈ। ਸਤਿਗੁਰ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਫਿਰ ਹਾਜ਼ਰ ਹੋਏ। ਸਾਧ ਸੰਗਤ ਜੀ, ਮਨੋਵਿਗਿਆਨ ਇਹ ਗੱਲ ਆਖਦਾ ਹੈ ਕਿ ਜਿਸ ਵੇਲੇ ਕੋਈ ਵੀ ਸੰਸਾਰਿਕ ਜੀਵ ਜਿਹੜਾ ਹੈ ਉਹ ਬੇਲੋੜਾ ਜਾਂ ਕੋਈ ਗਲਤ ਜਿਹੜਾ ਕਰਮ ਆਪਣੇ ਜੀਵਨ 'ਚ ਜਿਸ ਵੇਲੇ ਕਰ ਬੈਠੇ, ਉਹਦੇ ਅੰਦਰੋਂ ਹੀ ਅਸ਼ਾਂਤੀ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ। ਉਹਨੂੰ ਆਪਣੇ ਅੰਦਰੋਂ ਹੀ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਗਲਤ ਕਰਕੇ ਆਇਆ ਹਾਂ, ਔਰ ਉਹ ਪਛਤਾਤਾਪ ਜੇਕਰ ਉਹ ਕਰ ਲਵੇ, ਉਸ ਸਮੇਂ ਮਹਿਸੂਸ ਆਪਣੀ ਗਲਤੀ ਨੂੰ ਕਰੇ ਤੇ ਗਲਤੀ ਸੁਧਾਰਨ ਵਾਸਤੇ ਕੋਸ਼ਿਸ਼ ਆਰੰਭ ਦੇਵੇ ਤਾਂ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਪਰ ਜੇਕਰ ਉਹ ਅੰਦਰ ਹਿਰਦੇ ਦੇ ਵਿੱਚ ਪੈਦਾ ਹੋਈ ਆਵਾਜ਼ ਨੂੰ ਰੋਕ ਲੈਂਦਾ ਹੈ ਤੇ ਉਸ ਆਵਾਜ਼ ਨੂੰ ਹਮੇਸ਼ਾ ਵਾਸਤੇ ਦਬਾ ਦੇਵੇ, ਤੇ ਫਿਰ ਉਹ ਇਨਸਾਨ ਜਿਹੜਾ ਹੈ ਉਹ ਸੱਚ ਦੀ ਆਵਾਜ਼ ਨੂੰ ਦਬਾਉਣ ਤੋਂ ਬਾਅਦ ਗੁਨਾਹਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਪਹਿਲਾਂ ਇੱਕ ਗੁਨਾਹ ਕਰਦਾ ਹੈ ਤੇ ਇੱਕ ਗੁਨਾਹ ਕਰਨ ਤੋਂ ਬਾਅਦ ਵਿੱਚ ਜਿਵੇਂ ਕੁਦਰਤ ਉਹਨੂੰ ਅਹਿਸਾਸ ਕਰਾਉਂਦੀ ਹੈ ਕਿ ਤੂੰ ਗੁਨਹਗਾਰ ਹੈ, ਪਰ ਜੇਕਰ ਉਸ ਨੂੰ ਅੰਦਰੋਂ ਕੁਦਰਤ ਦੀ ਆਵਾਜ਼ ਸਦ ਸੁਨੇਹਾ ਸੁਣਾਈ ਨਹੀਂ ਦਿੰਦਾ ਤੇ ਉਹ ਇਨਸਾਨ ਜਿਹੜਾ ਹੈ ਉਹ ਗੁਨਾਹਾਂ ਵਾਲੇ ਪਾਸੇ ਨੂੰ ਤੁਰ ਪੈਂਦਾ ਹੈ। ਜਿਨ੍ਹਾਂ ਨੇ ਸਤਿਗੁਰ ਮਹਾਰਾਜ ਜੀ ਦੇ ਘੋੜੇ ਨੂੰ ਚੋਰੀ ਕੀਤਾ, ਉਹਨਾਂ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਭੁੱਲ ਬਖਸ਼ਾਉਣਾ ਕੀਤੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਜੰਡ ਦੀ ਲੱਕੜ ਨੂੰ ਕੱਟ ਕੇ ਤੇ ਆਪਣੇ ਪੇਟ ਦੇ ਵਿੱਚ ਮਾਰ ਕੇ ਜੀਵਨ ਲੀਲਾ ਵੀ ਸਮਾਪਤ ਕਰਨ ਦਾ ਯਤਨ ਕੀਤਾ, ਪਰ ਬਚ ਗਿਆ। ਸਤਿਗੁਰ ਮਹਾਰਾਜ ਜੀ ਨੇ ਬਖਸ਼ ਦਿੱਤਾ, ਕਿਉਂਕਿ ਸਤਿਗੁਰ ਮਹਾਰਾਜ ਜੀ ਦਾ ਇਹ ਬਿਰਧ ਹੈ, ਭਾਵੇਂ ਕੋਈ ਕਿੰਨਾ ਵੀ ਗੁਨਹਗਾਰ ਕਿਉਂ ਨਾ ਹੋਵੇ, ਜੇਕਰ ਉਹ ਗੁਰੂ ਕੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਤੇ ਸਤਿਗੁਰ ਮਹਾਰਾਜ ਪਿਛਲੇ ਔਗਣਾਂ ਨੂੰ ਬਖਸ਼ ਦਿੰਦਾ ਹੈ ਤੇ ਅੱਗੇ ਵਾਸਤੇ ਉਹ ਮਾਰਗ ਤੇ ਪਾ ਦਿੰਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫਿਰ ਇੱਥੋਂ ਹੁੰਦਿਆਂ ਹੋਇਆਂ ਮਹਾਰਾਜ ਮਾਨਸੇ ਤੋਂ ਤਕਰੀਬਨ 9 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਖਿਆਲਾ ਕਲਾਂ। ਸਤਿਗੁਰੂ ਮਹਾਰਾਜ ਜੀ ਖਿਆਲਾ ਕਲਾਂ ਜਾਂਦੇ ਨੇ ਤੇ ਮਹਾਰਾਜ ਜਿਵੇਂ ਬਿਲਕੁਲ ਰੱਬ ਦੇ ਰੰਗ ਦੇ ਵਿੱਚ ਰੰਗੀ ਹੋਈ ਆਤਮਾ, ਸਤਿਗੁਰੂ ਮਹਾਰਾਜ ਰੱਬ ਦਾ ਸਰੂਪ, ਮਹਾਰਾਜ ਨੂੰ ਵੱਖਰਾ ਵਿਖਾਵਾ ਕਰਨ ਦੀ ਲੋੜ ਨਹੀਂ। ਜਿਵੇਂ ਅੱਜ ਲੋਕ ਕਰਦੇ ਨੇ ਕਿ ਕੋਲ ਭਾਵੇਂ ਕਿਨਕਾ ਵੀ ਨਾ ਹੋਵੇ ਤੇ ਦਾਅਵੇ ਜਿਹੜੇ ਹੈ ਉਹ ਭੰਡਾਰਿਆਂ ਦੇ ਕਰਦੇ ਪਏ ਨੇ। ਸਤਿਗੁਰੂ ਮਹਾਰਾਜ ਪਿੰਡ ਤੋਂ ਬਾਹਰ ਜਾ ਕੇ ਇਕਾਂਤ ਦੇ ਵਿੱਚ ਬੈਠੇ ਨੇ। ਉੱਥੋਂ ਦਾ ਰਹਿਣ ਵਾਲਾ ਇੱਕ ਪੰਡਤ ਗੁੱਜੜ ਰਾਮ ਹੈ। ਗੁੱਜੜ ਰਾਮ ਜਿਹੜਾ ਸੀ, ਉਹਨੇ ਸਤਿਗੁਰ ਮਹਾਰਾਜ ਜੀ ਨੂੰ ਆ ਕਰਕੇ ਨਮਸਕਾਰ ਕੀਤੀ ਤੇ ਚੁੱਪ ਕਰਕੇ ਸਤਿਗੁਰਾਂ ਦੇ ਸਨਮੁਖ ਆ ਕੇ ਬੈਠ ਗਿਆ। ਔਰ ਸਤਿਗੁਰ ਮਹਾਰਾਜ ਜੀ ਦੇ ਸਨਮੁਖ ਬੈਠਿਆਂ ਕਾਫੀ ਸਮਾਂ ਬਿਲਕੁਲ ਚੁੱਪ, ਨਾ ਤੇ ਕੁਝ ਪੁੱਛਿਆ ਤੇ ਨਾ ਸਤਿਗੁਰ ਮਹਾਰਾਜ ਜੀ ਨੇ ਕਿਹਾ, ਪਰ ਨੇਤਰਾਂ ਦੇ ਨਾਲ ਸਤਿਗੁਰ ਮਹਾਰਾਜ ਜੀ ਦੇ ਕੀਤੇ ਹੋਏ ਦਰਸ਼ਨ ਜਿਹੜੇ ਸਨ ਉਹ ਅੰਦਰ ਨੂੰ ਤ੍ਰਿਪਤ ਕਰਦੇ ਪਏ ਸਨ। ਅੰਦਰ ਨੂੰ ਉਹ ਸਹਿਜ ਤੇ ਸ਼ਾਂਤੀ ਦਿੰਦੇ ਪਏ ਸਨ, ਕਿਉਂਕਿ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਜਿਹੜੇ ਨੇ ਉਹ ਅੰਦਰ ਨੂੰ ਠਾਰ ਦਿੰਦੇ ਨੇ। ਉਹ ਕਿੰਨੇ ਭਾਗਾਂ ਵਾਲੇ ਜੀਵ ਹੋਣਗੇ ਜਿਹੜੇ ਗੁਰੂ ਕਾਲ ਦੇ ਵਿੱਚ ਹੋਏ ਤੇ ਸਤਿਗੁਰ ਮਹਾਰਾਜ ਜੀ ਦੇ ਸਰੀਰਕ ਰੂਪ ਦੇ ਵਿੱਚ ਦਰਸ਼ਨ ਕੀਤੇ। ਬਹੁਤਿਆਂ ਨੇ 3 ਜਾਂ 4 ਜਾਂ 5 ਸਰੀਰ ਗੁਰੂ ਸਾਹਿਬਾਨਾਂ ਦੇ ਦੇਖੇ, ਤੱਕਿਆ, ਮਹਾਰਾਜ ਜੀ ਦੇ ਦਰਸ਼ਨ ਕੀਤੇ। ਤੇ ਸਾਧ ਸੰਗਤ ਜੀ, ਸਾਡੇ ਤੇ ਵੀ ਗੁਰੂ ਦੀ ਕਿੰਨੀ ਕਿਰਪਾ ਹੈ ਕਿ ਸਤਿਗੁਰ ਮਹਾਰਾਜ ਜੀ ਦੇ ਸਮੇਂ ਤਾਂ ਸਿੱਖ ਗੁਰੂ, ਕੋਈ ਸਿੱਖ ਜਿਹੜਾ ਸੀ ਗੁਰੂ ਇੱਕ ਗੁਰੂ ਸਰੀਰ ਦੇ ਦਰਸ਼ਨ ਕਰਦਾ ਸੀ, ਪਰ ਸਤਿਗੁਰ ਮਹਾਰਾਜ ਜੀ ਨੇ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰੂਪ ਦੇ 10 ਗੁਰੂ ਸਾਹਿਬਾਨ, 15 ਭਗਤ
4 ਗੁਰਸਿੱਖ ਪਿਆਰੇ ਤੇ 11 ਭੱਟ। ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੇ ਦਰਸ਼ਨ ਸਾਨੂੰ ਇੱਕੇ ਜਗ੍ਹਾ ਤੇ ਬਖਸ਼ਿਸ਼ ਕਰ ਦਿੱਤੇ। ਭਾਵੇਂ ਅਸੀਂ ਕਹਿੰਦੇ ਹਾਂ ਕਿ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਪਰ ਉਹ 6 ਗੁਰੂ ਸਾਹਿਬਾਨਾਂ ਨਹੀਂ, ਪੂਰੇ 10 ਗੁਰੂ ਸਾਹਿਬਾਨਾਂ ਦੇ ਦਰਸ਼ਨ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੁੰਦੇ ਨੇ। ਕਿਉਂਕਿ ਅਰਦਾਸ ਕਰਦੇ ਹਾਂ, ਅਸੀਂ ਬਚਨ ਪੜ੍ਹਦੇ ਹਾਂ ਕਿ 10 ਗੁਰੂਆਂ ਦੀ ਆਤਮਕ ਜੋਤ, ਇਹ ਆਤਮਕ ਜੋਤ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਖਿਆਲੇ ਕਲਾਂ ਜਾਂਦੇ ਨੇ ਤੇ ਪੰਡਤ ਗੁੱਜੜ ਰਾਮ ਜਿਹੜਾ ਹੈ ਸਤਿਗੁਰ ਮਹਾਰਾਜ ਜੀ ਦੇ ਦੀਦਾਰ ਕਰਦਾ ਹੈ। ਗੁਰੂ ਸਾਹਿਬ ਜੀ ਦੇ ਸਾਹਮਣੇ ਬੈਠ ਕਰਕੇ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਅੰਦਰ ਨੂੰ ਤ੍ਰਿਪਤੀ ਆਉਂਦੀ ਹੈ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਜਿਸ ਵੇਲੇ ਦੂਸਰੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਸਨ, ਸਤਿਗੁਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦੇ ਸਰੀਰਕ ਦਰਸ਼ਨ ਨੇਤਰ ਬੰਦ ਕਰਨੇ ਤੇ ਨੇਤਰ ਬੰਦ ਕਰਨ ਤੋਂ ਬਾਅਦ ਵਿੱਚ ਬਹੁਤਾ ਸਮਾਂ ਸਤਿਗੁਰ ਮਹਾਰਾਜ ਜੀ ਨੇ ਇੱਕ ਜਗ੍ਹਾ ਤੇ ਇਕਾਂਤ ਬੈਠੇ ਹੋਣਾ। ਔਰ ਸਤਿਗੁਰ ਮਹਾਰਾਜ ਜੀ ਬਹੁਤ ਲੰਮਾ ਸਮਾਂ ਕਈ ਵਾਰੀ ਨੇਤਰ ਬੰਦ ਰੱਖਣੇ, ਔਰ ਸੰਗਤ ਜਿਹੜੀ ਸੀ ਉਹ ਮਹਿਸੂਸ ਕਰਦੀ ਸੀ ਕਿ ਸਤਿਗੁਰ ਮਹਾਰਾਜ ਜਦੋਂ ਨੇਤਰ ਖੋਲਣਗੇ ਤੇ ਜਿੰਦੇ ਤੇ ਦ੍ਰਿਸ਼ਟੀ ਪਹਿਲੋਂ ਪੈਂਦੀ ਸੀ ਉਹਦੇ ਜੀਵਨ ਦਾ ਕਲਿਆਣ ਹੋ ਜਾਂਦਾ ਸੀ। ਭਾਵ ਕਿ ਉਹਦੀ ਸੁਰਤ ਜਿਹੜੀ ਸੀ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਹਮੇਸ਼ਾ ਵਾਸਤੇ ਟਿਕ ਜਾਂਦੀ। ਸਤਿਗੁਰ ਮਹਾਰਾਜ ਜੀ ਨੇ ਨੇਤਰ ਖੋਲ੍ਹਣੇ ਤੇ ਸੰਗਤ ਨੇ ਸਨਮੁਖ ਬੈਠੀ ਹੋਣਾ, ਜਿਸ ਤੇ ਸਤਿਗੁਰ ਮਹਾਰਾਜ ਜੀ ਦੀ ਨਿਗਾਹ ਪੈਣੀ। ਜਿਵੇਂ ਬਾਣੀ ਦੇ ਬਚਨ ਪੜ੍ਹਦੇ ਹਾਂ, ਨਾਨਕ ਨਦਰੀ ਨਦਰ ਨਿਹਾਲ, ਅਮੇ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ, ਕਿ ਗੁਰੂ ਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ, ਜਿੰਦੇ ਤੇ ਪੈ ਜਾਂਦੀ ਉਹਦੇ ਪਾਪ ਖਤਮ ਹੋ ਜਾਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਗੁੱਜੜ ਰਾਮ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਮੈਂ ਸੇਵਾ ਕਰਨਾ ਚਾਹੁੰਦਾ ਹਾਂ, ਆਪ ਹੁਕਮ ਕਰੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਕਿ ਗੁੱਜੜ ਰਾਮ, ਜੋ ਤੇਰੇ ਮਨ ਦੇ ਵਿੱਚ ਭਾਵਨਾ ਹੈ ਤੂੰ ਉਹ ਸੇਵਾ ਕਰ ਸਕਦਾ ਹੈ। ਇਹ ਕਰ ਗਿਆ। ਘਰੋਂ ਜਾ ਕਰਕੇ ਉਸ ਵੇਲੇ ਜਿਹੜਾ ਸੀ ਇਹਨੇ ਇੱਕ ਦੁੱਧ ਦੀ ਕਾੜਨੀ ਲੈ ਕੇ ਆਂਦੀ, ਇੱਕ ਛੰਨਾ ਨਾਲ ਲੈ ਕੇ ਆਂਦਾ। ਹੁਣ ਇਹ ਜਦੋਂ ਘਰੇ ਗਿਆ ਆਪਣੇ ਪਿੰਡ ਨੂੰ ਜਾਂਦਾ ਹੈ ਤੇ ਹੋਰ ਇਹਨੂੰ ਰਸਤੇ ਦੇ ਵਿੱਚ ਲੋਕ ਮਿਲੇ, ਪੁੱਛਿਆ ਤੇ ਦੱਸਿਆ ਕਿ ਬਾਹਰ ਖੇਤਾਂ ਦੇ ਵਿੱਚ ਬਾਹਰ ਜਿਹੜਾ ਸੀ ਉਹ ਸਤਿਗੁਰੂ ਮਹਾਰਾਜ ਬੈਠੇ ਹੋਏ ਨੇ, ਬੜੀ ਕਿਰਪਾ ਹੈ। ਲੋਕ ਵੀ ਭੱਜੇ ਦਰਸ਼ਨਾਂ ਨੂੰ। ਸਤਿਗੁਰੂ ਮਹਾਰਾਜ ਜਿੱਥੇ ਬੈਠੇ ਸੀ ਉੱਥੇ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਇਕੱਠੇ ਹੋਏ। ਇਹਨੇ ਉਹ ਛੰਨਾ ਤੇ ਦੁੱਧ ਦਾ ਕੁੱਜਾ ਲਿਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਰੱਖ ਦਿੱਤਾ। ਦੁੱਧ ਦਾ ਕੁੱਜਾ ਰੱਖਿਆ, ਉੱਤੇ ਛੰਨਾ ਮੁੱਦਾ ਮਾਰ ਦਿੱਤਾ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਉਹ ਦੁੱਧ ਛਕਿਆ। ਮਹਾਰਾਜ ਨੇ ਕੁਝ ਦੁੱਧ ਆਪ ਛਕਿਆ ਤੇ ਕੁਝ ਜਿਹੜਾ ਸੀ ਉਹ ਇਸ ਗੁੱਜੜ ਰਾਮ ਨੂੰ ਦੇ ਦਿੱਤਾ। ਇਹਨੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਜਾਣ ਕੇ ਉਸ ਦੁੱਧ ਨੂੰ ਛਕਣਾ ਕੀਤਾ। ਦੁੱਧ ਛਕਣ ਦੇ ਅਸਾਰ ਹੀ ਇਹਦੇ ਅੰਦਰ ਉਹ ਪਰਮਾਤਮਾ ਦਾ ਇੱਕ ਰਸ ਨਾਮ ਚੱਲਿਆ। ਸਤਿਗੁਰੂ ਮਹਾਰਾਜ ਜੀ ਨੇ ਹੋਰ ਬਖਸ਼ਿਸ਼ ਕੀਤੀ, ਕਹਿਣ ਲੱਗੇ ਗੁੱਜੜ ਰਾਮ, ਇਸ ਪਿਆਲੇ ਇਸ ਛੰਨੇ ਨੂੰ ਜਿਹੜਾ ਹੈ ਸਾਂਭ ਕੇ ਰੱਖਣਾ, ਇਹਦੀ ਸੇਵਾ ਕਰਨੀ। ਘਰ ਦੇ ਵਿੱਚ ਕੁਝ ਵੀ ਚਾਹੀਦਾ ਹੋਵੇ, ਮਨ 'ਚ ਕੋਈ ਵੀ ਭਾਵਨਾ ਬਣੇ, ਇਸ ਛੰਨੇ ਦੇ ਸਨਮੁਖ ਹੋ ਕਰਕੇ ਸ਼ਰਧਾ ਭਾਵਨਾ ਤੇ ਪ੍ਰੇਮ ਦੇ ਨਾਲ ਅਰਦਾਸ ਖਲੋ ਕਰਕੇ ਕਰਿਓ, ਗੁਰੂ ਨਾਨਕ ਤੁਹਾਡੀ ਭਾਵਨਾ ਪੂਰਨ ਕਰੇਗਾ। ਇਹ ਹੋਇਆ ਵੀ ਇਸ ਤਰ੍ਹਾਂ। ਅੱਜ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਉਹ ਛੰਨਾ ਹੈ, ਪਰ ਇੱਕ ਸਮਾਂ ਐਸਾ ਵੀ ਆਇਆ ਸੀ ਕਿ ਇੱਕ ਘਰ ਦੇ ਵਿੱਚ ਐਸੀ ਉਹਨਾਂ ਦੀ ਨੂੰਹ ਆਈ, ਉਹਨੇ ਯਕੀਨ ਨਾ ਕੀਤਾ, ਉਹ ਕਹਿੰਦੀ ਐਵੇਂ ਪੂਜਾ ਕਰੀ ਜਾਂਦੇ ਨੇ। ਉਹਨੇ ਆਪਣੀ ਬੱਚੀ ਨੂੰ ਉਸ ਛੰਨੇ ਦੇ ਨਾਲ ਨਵਾਉਣਾ ਸ਼ੁਰੂ ਕਰ ਦਿੱਤਾ। ਪਾਣੀ ਭਰਿਆ ਤੇ ਛੰਨੇ ਨਾਲ ਨਵਾਇਆ। ਉਹਦੇ ਸਰੀਰ ਦੇ ਉੱਪਰ ਕੋਹੜ ਹੋਇਆ ਤੇ ਫਿਰ ਉਹਨਾਂ ਨੇ ਖਿਮਾ ਮੰਗੀ ਤੇ ਕਿਹਾ ਕਿ ਨਹੀਂ, ਸੱਚੀ ਮੁੱਚੀ ਇਸ ਛੰਨਾ ਇਕੱਲਾ ਭਾਂਡਾ ਨਹੀਂ, ਇਕੱਲਾ ਇਹ ਤਾਤ ਨਹੀਂ, ਇਹਦੇ ਵਿੱਚ ਤਾਂ ਗੁਰੂ ਦੀ ਕਿਰਪਾ ਵਰਤਦੀ ਪਈ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਪੰਡਤ ਗੁੱਜੜ ਰਾਮ ਨੂੰ ਆਖਦੇ ਨੇ ਕਿ ਗੁੱਜੜ ਰਾਮ, ਇਸ ਛੰਨੇ ਦੀ ਇਸ ਦੀ ਸੰਭਾਲ ਕਰਨੀ, ਇਹਦੀ ਸੇਵਾ ਕਰਨੀ, ਭਾਵਨਾ ਨਾਲ ਇਹਨੂੰ ਸਾਂਭ ਕੇ ਰੱਖਣਾ। ਸਤਿਗੁਰੂ ਮਹਾਰਾਜ ਜੀ ਨੂੰ 7 ਬਚਨ ਕਹੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਗੁੱਜੜ ਰਾਮ ਕੁਝ ਹੋਰ ਚਾਹੀਦਾ ਤੇ ਦੱਸ। ਕਹਿੰਦਾ, ਮਹਾਰਾਜ ਹੋਰ ਤਾਂ ਕੁਝ ਨਹੀਂ। ਹੱਥ ਜੋੜੇ
ਤੇ ਕੋਲ ਪਿੰਡ ਦਾ ਚੌਧਰੀ ਬੈਠਾ ਹੈ ਜਿੰਦਾ ਨਾਂ ਹੈ ਭਾਈ ਮੱਕੂ। ਕਹਿਣ ਲੱਗਾ ਸਤਿਗੁਰ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਕਿਰਪਾ ਕਰੋ, ਇਹਦੇ ਘਰ ਦੇ ਵਿੱਚ ਔਲਾਦ ਕੋਈ ਨਹੀਂ, ਇਹਨੂੰ ਔਲਾਦ ਬਖਸ਼ੋ। ਸਤਿਗੁਰ ਮਹਾਰਾਜ ਜੀ ਤੁਠੇ, ਖੁਸ਼ ਹੋ ਗਏ ਸਤਿਗੁਰ ਮਹਾਰਾਜ ਕਿ ਗੁੱਜਰ ਰਾਮ ਜੇ ਦੇਣ ਲੱਗਿਆ ਤੇ ਉਹ ਵੀ ਆਪਣੇ ਵਾਸਤੇ ਨਹੀਂ ਮੰਗਿਆ, ਕਿਸੇ ਦੂਸਰੇ ਦੇ ਵਾਸਤੇ ਮੰਗਦਾ ਪਿਆ ਹੈ। ਸਤਿਗੁਰ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਕਿ ਇਹਦੇ ਘਰ ਦੇ ਵਿੱਚ 4 ਪੁੱਤਰ ਹੋਣਗੇ ਤੇ ਇਕੱਲੇ ਪੁੱਤਰ ਹੀ ਨਹੀਂ ਹੋਣਗੇ, ਉਹ ਆਗੂ ਬਣਨਗੇ, ਉਹ ਨੰਬਰਦਾਰ ਹੋਣਗੇ, ਉਹ ਨਗਰ ਵਸਾਉਣਗੇ, ਉਹ ਚੌਧਰੀ ਬਣਨਗੇ। ਤੇ ਹੋਇਆ ਵੀ ਇਸ ਤਰ੍ਹਾਂ, ਇੱਕ ਮੁਕਤਸਰ ਜ਼ਿਲ੍ਹੇ ਦੇ ਵਿੱਚ ਚਾਹਲ ਦੀ ਪੱਤੀ ਮੁਕਤਸਰ ਦੇ ਵਿੱਚ ਇੱਕ ਧਨਪੁਰਾ, ਨਥੇਆ ਤੇ ਚਹਿਲਾਂ ਵਾਲਾ ਜਿਹੜਾ ਨਗਰ ਸੀ, ਇਹ ਇਹਨਾਂ ਦੇ 4 ਪੁੱਤਰਾਂ ਨੇ ਵਸਾਇਆ। ਸਤਿਗੁਰੂ ਮਹਾਰਾਜ ਫਿਰ ਤੁਠੇ। ਮਹਾਰਾਜ ਕਹਿੰਦੇ ਨੇ ਪੰਡਤ ਗੁੱਜਰ ਰਾਮ ਹੋਰ ਕੀ ਚਾਹੀਦਾ ਹੈ, ਹੋਰ ਕੁਝ ਮੰਗ ਲੈ। ਕਹਿਣ ਲੱਗਾ ਸਤਿਗੁਰ ਮਹਾਰਾਜ ਹੋਰ ਕੁਝ ਨਹੀਂ ਚਾਹੀਦਾ, ਇਹ ਨਗਰ ਦੇ ਲੋਕ ਬੈਠੇ ਨੇ, ਆਪ ਕਿਰਪਾ ਕਰੋ। ਨਗਰ ਦਾ ਪਾਣੀ ਜਿਹੜਾ ਹੈ ਉਹ ਖਾਰਾ ਹੈ, ਨਾ ਤਾਂ ਉਸ ਪਾਣੀ ਦੇ ਨਾਲ ਕੁਝ ਅਸੀਂ ਰਿੰਨ ਸਕਦੇ ਹਾਂ, ਜੇ ਰਿੰਨੀਏ ਦਾਲ ਸਬਜ਼ੀ ਬਣਾਉਂਦੇ ਹਾਂ ਤੇ ਛੇਤੀ ਨਹੀਂ ਉਹ ਪੱਕਦੀ, ਜੇ ਪੀਂਦੇ ਹਾਂ ਤੇ ਉਹਦਾ ਸਵਾਦ ਕੋਈ ਨਹੀਂ ਆਉਂਦਾ, ਜੇ ਕੱਪੜੇ ਧੋਨੇ ਆ ਤੇ ਉਹ ਚੰਗੀ ਤਰ੍ਹਾਂ ਨਹੀਂ ਧੁੱਪ ਸਕਦੇ, ਜੇ ਫਸਲ ਪਾਲਣੀ ਹੁੰਦੀ ਆ ਤੇ ਉਹ ਵੀ ਉਸ ਪਾਣੀ ਨਾਲ ਛੇਤੀ ਨਹੀਂ ਪਲਦੀ। ਸਤਿਗੁਰ ਮਹਾਰਾਜ ਆਪ ਕਿਰਪਾ ਕਰੋ ਕਿ ਕੁਝ ਪਾਣੀ ਦਾ ਪ੍ਰਬੰਧ ਹੋ ਸਕੇ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਵੇਲੇ ਫਿਰ ਇੱਕ ਤੀਰ ਲੈ ਕੇ ਕਮਾਨ ਦੇ ਉੱਤੇ ਚੜਾਇਆ ਤੇ ਸਤਿਗੁਰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਸ ਜਗ੍ਹਾ ਤੇ ਇਹ ਤੀਰ ਜਾ ਕੇ ਡਿੱਗੇਗਾ ਉੱਥੇ ਪੁਟਾਈ ਕਰਿਓ, ਉੱਥੇ ਖੂਹ ਲਾਇਓ, ਉਸ ਖੂਹ ਦਾ ਜਲ ਜਿਹੜਾ ਹੈ ਉਹ ਮਿੱਠਾ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਤੀਰ ਚਲਾਇਆ ਤੇ ਤੀਰ ਜਿੱਥੇ ਜਾ ਕੇ ਡਿੱਗਿਆ ਉੱਥੋਂ ਖੂਹ ਪੁੱਟਿਆ ਗਿਆ। ਉਹ ਖੂਹ ਪੁੱਟਿਆ ਤੇ ਉਹਦੇ ਵਿੱਚੋਂ ਜਲ ਮਿੱਠਾ ਨਿਕਲਿਆ ਤੇ ਇਹ ਨਗਰ ਦਾ ਸਤਿਗੁਰੂ ਮਹਾਰਾਜ ਜੀ ਨੇ ਉਦਾਰ ਕੀਤਾ। ਔਰ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਜਿਹੜੀ ਹੈ ਉਹ ਸਦੀਵ ਹੀ ਹੁੰਦੀ ਹੈ, ਇਹ ਨਹੀਂ ਕਿ ਇਹ ਥੋੜ੍ਹੇ ਸਮੇਂ ਵਾਸਤੇ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਦਿੱਲੀ ਗਏ, ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉੱਥੇ ਖੂਹ ਲਗਾਇਆ। ਸਤਿਗੁਰੂ ਮਹਾਰਾਜ ਜੀ ਦੇ ਸਮੇਂ ਦਾ ਉੱਥੇ ਖੂਹ ਹੈ। ਪਿਛਲੇ ਕੁਝ ਸਮੇਂ ਦੇ ਵਿੱਚ ਚਲੋ ਸੰਗਤ ਬਹੁਤੀ ਜਦੋਂ ਜਾਂਦੀ ਹੈ ਤੇ ਹੁੰਦਾ ਹੈ ਕਿ ਚਲੋ ਪਾਣੀ ਦੀ ਕਮੀ ਹੈ ਤੇ ਕਿਸੇ ਤਰੀਕੇ ਨਾਲ ਇਹ ਕਮੀ ਪੂਰੀ ਹੋ ਸਕੇ। ਸੰਗਤ ਦੇ ਕਹਿਣ ਤੇ ਕੁਝ ਲੋਕਾਂ ਨੇ ਕਿਹਾ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਕਿਹਾ ਕਿ ਖੂਹ ਦੇ ਲਾਗੇ, ਕਿਉਂਕਿ ਆਸੇ ਪਾਸੇ ਦਾ ਜਿੰਨਾ ਜਲ ਸੀ ਉਹ ਖਾਰਾ ਹੈ ਤੇ ਖੂਹ ਦਾ ਜਿਹੜਾ ਪਾਣੀ ਹੈ ਉੱਥੋਂ ਦਾ ਜਲ ਹੈ ਨਾਨਕ ਪਿਆਓ ਗੁਰਦੁਆਰਾ ਦਿੱਲੀ, ਉਹਦਾ ਜਲ ਜਿਹੜਾ ਹੈ ਉਹ ਮਿੱਠਾ ਹੈ। ਉਹਨਾਂ ਨੇ ਸੋਚਿਆ ਕਿ ਚਲੋ ਖੂਹ ਦੇ ਨਜ਼ਦੀਕ ਹੀ ਇੱਕ ਬੋਰ ਕਰ ਦਿੰਦੇ ਆ ਤਾਂ ਕਿ ਪਾਣੀ ਦੀ ਕਮੀ ਜਿਹੜੀ ਹੈ ਉਹ ਪੂਰੀ ਹੋ ਸਕੇ। ਖੂਹ ਦੇ ਕੋਲ ਬੋਰ ਕੀਤਾ, ਬੋਰ ਵੀ ਬੜਾ ਡੂੰਘਾ ਕਰ ਦਿੱਤਾ। ਸੋਚਿਆ ਕਿ ਸ਼ਾਇਦ ਪਾਣੀ ਮਿੱਠਾ ਨਿਕਲੇਗਾ। ਜਦੋਂ ਪਾਣੀ ਨਿਕਲਿਆ ਉਸ ਪਾਣੀ ਨੂੰ ਦੇਖਿਆ, ਚੱਕ ਕੇ ਪੀ ਕੇ ਦੇਖਿਆ ਤੇ ਉਹ ਜਿਹੜਾ ਸੀ ਬਿਲਕੁਲ ਖਾਰਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਉਸ ਖੂਹ ਦੇ ਉੱਤੇ ਸੀ। ਅਸੀਂ ਯਤਨ ਕਰਕੇ ਦੇਖਾਂਗੇ, ਸਾਡੇ ਯਤਨਾਂ ਦੇ ਨਾਲ ਇਹ ਸਫਲ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਜੀ ਦੀ ਜਿੱਥੇ ਕਿਰਪਾ ਹੁੰਦੀ ਹੈ ਉੱਥੇ ਬਖਸ਼ਿਸ਼ਾਂ ਟਿਕਦੀਆਂ ਨੇ। ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਤੀਰ ਚਲਾਇਆ। ਉੱਥੇ ਪਿੰਡ ਦੇ ਵਿੱਚ ਅੱਜ ਵੀ ਖਿਆਲਾ ਕਲਾਂ ਉਹ ਖੂਹ ਮੌਜੂਦ ਹੈ ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਤੀਰ ਜਾ ਕੇ ਡਿੱਗਦਾ ਹੈ ਤੇ ਉੱਥੇ ਖੁਦਾਈ ਕੀਤੀ ਗਈ, ਉੱਥੇ ਖੂਹ ਬਣਾਇਆ ਗਿਆ ਤੇ ਜਲ ਮਿੱਠਾ ਨਿਕਲਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਫਿਰ ਰੁਕੇ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਪਿੰਡ ਬਰਾ, ਸਹਾਰਨ ਤੇ ਜੌੜੀਆਂ ਛੱਪੜੀਆਂ ਮਹਾਰਾਜ ਜਾਂਦੇ ਨੇ। ਇੱਥੇ ਸਤਿਗੁਰੂ ਮਹਾਰਾਜ ਜੌੜੀਆਂ ਛੱਪੜੀਆਂ ਇੱਕ ਦਿਨ ਰੁਕਦੇ ਨੇ। ਇੱਥੋਂ ਗੁਰੂ ਸਾਹਿਬ ਮਹਾਰਾਜ ਬਿਛੋਹ ਆਨੇ ਚਰਨ ਪਾਉਂਦੇ ਨੇ ਤੇ ਬਿਛੋਹ ਆਨੇ ਤੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਗੋਬਿੰਦਪੁਰ ਗਏ ਤੇ ਗੋਬਿੰਦਪੁਰ ਇੱਕ ਘਟਨਾ ਵਾਪਰੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਿੱਖ ਜਾਂਦੇ ਨੇ, ਬਾਹਰ ਗਏ ਕਿ ਕੁਝ ਘੋੜਿਆਂ ਦੇ ਵਾਸਤੇ ਘਾਹ ਦਾ ਪ੍ਰਬੰਧ ਕੀਤਾ ਜਾ ਸਕੇ, ਘਾਹ ਇਕੱਠਾ ਕੀਤਾ ਜਾ ਸਕੇ। ਸਿੱਖਾਂ ਨੇ ਕੁਝ ਘਾਹ ਖੋਦ ਕਰਕੇ ਕੁਝ ਘਾਹ ਵੱਢਿਆ ਤੇ ਪੰਡਾਂ ਬੰਨੀਆਂ, ਕੁਝ ਅਜੇ ਖੋਦਦੇ ਪਏ ਸੀ ਕਿ ਗੋਬਿੰਦਪੁਰੇ ਦੇ ਲੋਕ ਜਿਹੜੇ ਸਨ ਉਹਨਾਂ ਨੇ ਆ ਕਰਕੇ ਨਾਲੇ ਤਾਂ ਘਾਹ ਦੀਆਂ ਪੰਡਾਂ ਖੋਹੀਆਂ, ਨਾਲੇ ਸਿੱਖਾਂ ਤੋਂ ਉਹ ਰੰਬੇ ਵੀ ਖੋਹ ਲਏ
ਸਤਿਗੁਰ ਮਹਾਰਾਜ ਨੂੰ ਸਿੱਖਾਂ ਨੇ ਆ ਕੇ ਦੱਸਿਆ ਤੇ ਮਹਾਰਾਜ ਇੱਥੋਂ ਫਿਰ ਉੱਠੇ। ਗੋਬਿੰਦਪੁਰੇ ਤੋਂ ਉੱਠ ਕੇ ਮਹਾਰਾਜ ਸੰਗਰੇੜੀ ਜਾਂਦੇ ਨੇ। ਨਾਲ ਨੇੜੇ ਨਗਰ ਹੈ ਸੰਗਰੇੜੀ। ਮਹਾਰਾਜ ਨੇ ਉੱਥੇ ਜਾ ਕੇ ਪੜਾਅ ਕੀਤਾ ਤੇ ਉੱਥੋਂ ਦੀ ਸੰਗਤ ਨੂੰ ਜਦੋਂ ਪਤਾ ਲੱਗਿਆ ਕਿ ਸਤਿਗੁਰ ਮਹਾਰਾਜ ਆਏ ਨੇ, ਉਹਨਾਂ ਨੇ ਆ ਕੇ ਸਤਿਗੁਰ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ। ਗੋਬਿੰਦਪੁਰੇ ਦੇ ਲੋਕ ਜਿਹੜੇ ਸਨ ਉਹਨਾਂ ਨੂੰ ਵੀ ਪਛਤਾਇਆ ਹੋਇਆ ਕਿ ਅਸੀਂ ਬਹੁਤ ਗਲਤੀ ਕੀਤੀ। ਤੁਸ਼ ਜੀ ਜਿਹੜੀ ਸੀ ਵਸਤੂ ਸੀ, ਘਾਹ ਹੀ ਸੀ ਨਾ, ਤੇ ਥੋੜ੍ਹੀ ਜਿਹੀ ਤੁਸ਼ ਵਸਤੂ ਦੇ ਵਾਸਤੇ ਅਸੀਂ ਸਤਿਗੁਰ ਮਹਾਰਾਜ ਜੀ ਦਾ ਨਿਰਾਦਰ ਕਰ ਬੈਠੇ। ਮਾਫੀ ਮੰਗਣ ਵਾਸਤੇ ਪਿੱਛੇ ਗਏ, ਸਤਿਗੁਰ ਮਹਾਰਾਜ ਜੀ ਦੇ ਚਰਨਾਂ 'ਚ ਸਿਰ ਰੱਖਿਆ, ਭੁੱਲ ਬਖਸ਼ਾਈ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਬਿਲਕੁਲ ਜਿਵੇਂ ਮੱਖਣ ਸ਼ਾਹ ਨੂੰ ਕਿਹਾ ਸੀ ਨਾ ਕਿ ਸਭ ਤੋਂ ਵੱਡਾ ਧਨ ਖਿਮਾ ਹੈ, ਮਹਾਰਾਜ ਨੇ ਖਿਮਾ ਕਰ ਦਿੱਤੀ। ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਬਿੰਦਪੁਰੇ ਦੇ ਜਿਹੜੇ ਲੋਕ ਸਨ ਉਹਨਾਂ ਨੇ 7 ਭੂਰੇ, 2 ਘਿਓ ਦੇ ਘੜੇ ਤੇ ਇੱਕ ਜਿਹੜਾ ਸੀ ਬਹੁਤ ਸੁੰਦਰ ਜਿਹੜੀ ਸੀ ਉਹ ਤੁਰੀ, ਉਹ ਘੋੜੀ ਜਿਹੜੀ ਸੀ ਉਹ ਭੇਟ ਕੀਤੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਉੱਥੇ ਉਹਨਾਂ ਨੂੰ ਅਸੀਸ ਦਿੰਦਿਆਂ ਕਿਹਾ ਕਿ ਤੁਹਾਡਾ ਨਗਰ ਦੇ ਵਿੱਚੋਂ ਯੋਧੇ ਪੈਦਾ ਹੋਣਗੇ, ਬਹਾਦਰ ਇੱਥੋਂ ਪੈਦਾ ਹੋਣਗੇ, ਸਿੱਦਕ ਦੇ ਉੱਤੇ ਪਹਿਰਾ ਦੇਣ ਵਾਲੇ ਪੈਦਾ ਹੋਣਗੇ। ਔਰ ਸਤਿਗੁਰ ਮਹਾਰਾਜ ਜੀ ਦੇ ਬਚਨੀ ਸੀ ਕਿ ਅਕਬਰਪੁਰ ਖਡਾਲਾ ਉੱਥੋਂ ਦੇ ਰਹਿਣ ਵਾਲੇ ਭਾਈ ਗੁਲਾਬ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮਕਾਲੀ ਸਿੱਖ, ਉਹਨਾਂ ਦੇ ਉੱਪਰ ਉੱਥੋਂ ਦੀ ਨਬੀ ਬਖਸ਼ ਜਿਹੜਾ ਸੀ ਨਾ, ਉਸ ਇਲਾਕੇ ਦਾ ਪ੍ਰਬੰਧਕ ਸੀ ਜਿਹੜਾ ਮੁਸਲਮਾਨ, ਉਹਦੀ ਬੇਗਮ ਦਾ ਦਿਲ ਆ ਗਿਆ। ਨਬੀ ਬਖਸ਼ ਦੀ ਬੇਗਮ ਨੇ ਕਿਹਾ ਸੀ ਕਿ ਤੂੰ ਮੇਰੇ ਨਾਲ ਰਿਸ਼ਤਾ ਰੱਖ, ਪਰ ਸਰਦਾਰ ਗੁਲਾਬ ਸਿੰਘ ਜਿਹੜੇ ਸੀ ਉਹ ਸਿੱਦਕੀ ਗੁਰੂ ਕੇ ਸਿੱਖ ਤੇ ਗੁਰੂ ਕੇ ਹੁਕਮ ਤੇ ਚੱਲਣ ਵਾਲੇ, ਉਹਨਾਂ ਨੇ ਆਪਣੇ ਸਿੱਦਕ ਵਿੱਚ ਰਹਿਣ ਦੀ ਗੱਲ ਕੀਤੀ। ਇਹਨੇ ਫਿਰ ਝੂਠੀ ਤੌਮਤ ਲਾ ਕਰਕੇ ਆਪਣੇ ਪਤੀ ਨੂੰ ਕਿਹਾ ਤੇ ਨਬੀ ਬਖਸ਼ ਨੇ ਜਿਹੜਾ ਸੀ ਸਰਦਾਰ ਗੁਲਾਬ ਸਿੰਘ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਵਿੱਚ ਸਰਦਾਰ ਗੁਲਾਬ ਸਿੰਘ ਨੂੰ ਖੰਜਰਾਂ ਦੀ ਸੇਧ ਦੇ ਉੱਤੇ ਲਟਾਇਆ ਗਿਆ। ਬਹੁਤ ਸਮਾਂ ਉਹਨੂੰ ਤਸ਼ੱਦਦ ਉਹਦੇ ਉੱਤੇ ਕੀਤਾ ਗਿਆ। ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤਲਵੰਡੀ ਸਾਬੋ ਜਾਂਦੇ ਆ ਤੇ ਤਲਵੰਡੀ ਸਾਬੋ ਤੋਂ ਸਤਿਗੁਰ ਮਹਾਰਾਜ ਪਾਤਸ਼ਾਹ ਆਪ ਗਏ ਤੇ ਘੋੜੇ ਦੀ ਰਕਾਬ ਦੇ ਵਿੱਚ, ਆਪਣੀ ਘੋੜੇ ਦੀ ਰਕਾਬ ਦੇ ਅੰਦਰ ਪੈਰ ਰਖਾਇਆ ਤੇ ਗੁਲਾਬ ਸਿੰਘ ਨੂੰ ਜਿਹੜਾ ਸੀ ਉੱਥੋਂ ਰਿਹਾ ਕਰਕੇ ਲੈ ਕੇ ਆਏ ਸੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ। ਫਿਰ ਇੱਥੋਂ ਮਹਾਰਾਜ ਜੀ ਨੇ ਕਿਰਪਾ ਕੀਤੀ। ਸਤਿਗੁਰ ਫਿਰ ਇਸ ਤੋਂ ਸਿੰਗੜੀ ਤੋਂ ਗਾਗਾ, ਗੁਰਨੇ, ਲੇਹਲ ਕਲਾਂ, ਮੂਨਕ, ਪਕਰੋੜ ਤੋਂ ਜਿਹੜਾ ਸੀ ਸਤਿਗੁਰ ਮਹਾਰਾਜ ਹੁੰਦਿਆਂ ਹੋਇਆਂ ਮਹਾਰਾਜ ਘੱਗਰ ਦਰਿਆ ਦੇ ਕਿਨਾਰੇ ਤੇ ਪਹੁੰਚੇ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਥੋਂ ਫਿਰ ਘੱਗਰ ਦਰਿਆ ਜਿਹੜਾ ਸੀ ਉਹਨੂੰ ਪਾਰ ਕਰਨਾ ਕੀਤਾ ਤੇ ਘੱਗਰ ਦਰਿਆ ਨੂੰ ਪਾਰ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜੋ ਅੱਜ ਸਿੱਖਾਂ ਦਾ ਤੀਰਥ ਅਸਥਾਨ ਬਣ ਚੁੱਕਾ ਹੈ, ਧਮਧਾਨ ਸਾਹਿਬ, ਇਸ ਅਸਥਾਨ ਤੇ ਸਤਿਗੁਰ ਮਹਾਰਾਜ ਜੀ ਪਹੁੰਚਦੇ ਨੇ। ਇਹ ਸਤਿਗੁਰ ਮਹਾਰਾਜ ਜੀ ਨੇ ਇੱਥੇ ਵੀ ਜਾ ਕੇ ਉਧਾਰ ਕੀਤਾ, ਬੜੀਆਂ ਬਖਸ਼ਿਸ਼ਾਂ ਇਸ ਅਸਥਾਨ ਦੇ ਉੱਪਰ ਕੀਤੀਆਂ। ਇਹ ਧਮਧਾਨ ਸਾਹਿਬ ਦਾ ਇਤਿਹਾਸ ਜਿਹੜਾ ਹੈ ਅਗਲੇ ਦੀਵਾਨ ਦੇ ਵਿੱਚ ਆਪ ਜੀ ਸਰਵਣ ਕਰੋਗੇ। ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ ਕਿ ਜੋ ਗੁਰੂ ਨੇ ਬਾਣੀ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਸਾਡੇ ਵਾਸਤੇ ਪੂਰਨੇ ਪਾਏ ਨੇ, ਉਹ ਬਖਸ਼ਿਸ਼ਾਂ ਜਿਹੜੀਆਂ ਨੇ ਅਸੀਂ ਮਾਣ ਸਕੀਏ। ਅਰਦਾਸ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਿਆ ਕਰੋ। ਸਤਿਗੁਰ ਮਹਾਰਾਜ ਆਪ ਜੀ ਦੇ ਸਿੱਖਾਂ ਦਾ ਜੈਸਾ ਜੀਵਨ ਸੀ, ਸਮਕਾਲੀ ਆਪ ਜੀ ਦੇ ਚਰਨਾਂ ਵਿੱਚ ਜਿਵੇਂ ਵਰਤਦੇ ਸੀ, ਸਤਿਗੁਰ ਮਹਾਰਾਜ ਜੋ ਆਪ ਬਾਣੀ ਦੇ ਵਿੱਚ ਜੀਵਨ ਜੈਸਾ ਉਪਦੇਸ਼ ਕਰਦੇ ਹੋ, ਕਿਰਪਾ ਕਰੋ ਸਤਿਗੁਰ ਮਹਾਰਾਜ ਸਾਡਾ ਐਸਾ ਜੀਵਨ ਬਣ ਸਕੇ, ਸਾਡਾ ਜੀਵਨ ਸਫਲਾ ਹੋ ਸਕੇ। ਅਸੀਂ ਸਤਿਗੁਰ ਮਹਾਰਾਜ ਜੀ ਦੀ ਸ਼ਤਾਬਦੀ ਮਨਾਉਂਦੇ ਪਏ ਹਾਂ। ਗੁਰੂ ਕਿਰਪਾ ਕਰੇ ਇਸ ਸ਼ਤਾਬਦੀ ਮਨਾਉਂਦਿਆਂ, ਗੁਰ ਇਤਿਹਾਸ ਸੁਣਦਿਆਂ ਸਾਡਾ ਜੀਵਨ ਸਫਲਾ ਹੋ ਜਾਏ। ਬੋਲਦਿਆਂ ਹੋਈਆਂ ਪੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ